ਦੋਸਤੋ, ਸ਼ਿਵ ਵਰਮਾ ਦੀ ਪੁਸਤਕ ਅਜਿਹਾ ਸੀ ਸਾਡਾ ਭਗਤ ਸਿੰਘ ਦਾ ਦੂਜਾ ਭਾਗ। 1926 ਵਿੱਚ ਭਗਤ ਸਿੰਘ, ਸੁਖਦੇਵ, ਭਗਵਤੀ ਚਰਨ ਅਤੇ ਜਸ਼ਪਾਲ ਆਦਿ ਨੇ ਲਾਹੌਰ ਵਿੱਚ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ ਸੀ। ਇਹ ਇਨਕਲਾਬੀ ਸੰਘਰਸ਼ ਦਾ ਇੱਕ ਕਿਸਮ ਦਾ ਖੁੱਲ੍ਹਾ ਮੰਚ ਸੀ, ਜਿਸ ਦਾ ਕੰਮ ਆਮ ਸਭਾਵਾਂ ਵਿੱਚ ਭਾਸ਼ਣ ਅਤੇ ਪਰਚਿਆਂ ਰਾਹੀਂ ਇਨਕਲਾਬੀਆਂ ਦੇ ਉਦੇਸ਼ ਤੇ ਵਿਚਾਰਾਂ ਦਾ ਪ੍ਰਚਾਰ ਕਰਨਾ ਸੀ। ਲੁੱਟ-ਖਸੁੱਟ, ਦਲਿੱਦਰਤਾ ਅਤੇ ਕਾਣੀ ਵੰਡ ਵਰਗੀਆਂ ਸੰਸਾਰ ਵਿਆਪੀ ਸਮੱਸਿਆਵਾਂ ਦਾ ਅਧਿਐਨ ਅਤੇ ਵਿਚਾਰ ਵਟਾਂਦਰਾ ਕਰਕੇ ਇਹ ਸਾਰੇ ਜਣੇ ਇਸ ਨਤੀਜੇ 'ਤੇ ਪਹੁੰਚੇ ਸਨ ਕਿ ਭਾਰਤ ਦੀ ਮੁਕੰਮਲ ਆਜ਼ਾਦੀ ਲਈ ਕੇਵਲ ਸਿਆਸੀ ਹੀ ਨਹੀਂ, ਸਗੋਂ ਨਾਲ ਦੀ ਨਾਲ ਆਰਥਿਕ ਆਜ਼ਾਦੀ ਦੀ ਵੀ ਲੋੜ ਹੈ। ਪਰਦਾ ਚਿੱਤਰਾਂ ਰਾਹੀਂ ਇਨਕਲਾਬੀ ਸ਼ਹੀਦਾਂ ਦੇ ਚਿੱਤਰਾਂ ਦਾ ਪ੍ਰਦਰਸ਼ਨ ਅਤੇ ਉਸ ਦੇ ਨਾਲ-ਨਾਲ ਕੌਮੈਂਟਰੀ ਦੇ ਰੂਪ ਵਿੱਚ ਇਨਕਲਾਬੀ ਸੰਘਰਸ਼ ਦੇ ਸੰਖੇਪ ਇਤਿਹਾਸ ਬਾਰੇ ਜਨਤਾ ਨੂੰ ਜਾਣੂ ਕਰਾਉਣਾ ਵੀ ਇਸ ਦਾ ਇੱਕ ਕੰਮ ਸੀ। ਪ੍ਰਚਾਰ ਦਾ ਇਹ ਇੱਕ ਤਾਕਤਵਰ ਮਾਧਿਅਮ ਸੀ। ਨੌਜਵਾਨ ਭਾਰਤ ਸਭਾ ਦੀ ਸਥਾਪਨਾ ਗੁਪਤ ਜਥੇਬੰਦੀ ਲਈ ਕਾਰਜ ਖੇਤਰ ਤਿਆਰ ਕਰਨ ਅਤੇ ਜਨਤਾ ਵਿੱਚ ਸਾਮਰਾਜ ਵਿਰੋਧੀ ਤਿੱਖੀ ਕੌਮੀ ਭਾਵਨਾ ਜਗਾਉਣ ਲਈ ਕੀਤੀ ਗਈ ਸੀ। ਭਗਤ ਸਿੰਘ ਅਤੇ ਭਗਵਤੀ ਚਰਨ ਬੋਹਰਾ ਇਸ ਦੇ ਮੁੱਖ ਸੂਤਰਧਾਰ ਸਨ। ਭਗਤ ਸਿੰਘ ਇਸ ਦੇ ਪਹਿਲੇ ਜਨਰਲ ਸਕੱਤਰ ਅਤੇ ਭਗਵਤੀ ਚਰਨ ਬੋਹਰਾ ਇਸ ਦੇ ਪਹਿਲੇ ਪ੍ਰਧਾਨ ਚੁਣੇ ਗਏ ਸਨ। ਸੁਖਦੇਵ, ਧਨਵੰਤਰੀ, ਜਸ਼ਪਾਲ ਅਤੇ ਅਹਿਸਾਨ ਇਲਾਹੀ ਵੀ ਸਭਾ ਦੇ ਸਰਗਰਮ ਮੈਂਬਰਾਂ ਵਿੱਚੋਂ ਸਨ। ਉਸ ਸਮੇਂ ਸਮਾਜਵਾਦ ਦੀ ਤਰਫ ਰੁਝਾਨ ਰੱਖਣ ਵਾਲੇ ਕਾਂਗਰਸ ਦੇ ਲਗਭਗ ਸਭ ਨੌਜਵਾਨ ਆਕਰਸ਼ਿਤ ਹੋ ਕੇ ਸਭਾ ਵਿੱਚ ਆ ਗਏ ਸਨ। ਸਭਾ ਦੇ ਕਾਰਕੁਨਾਂ ਦੇ ਰਾਜਨੀਤਿਕ ਅਤੇ ਸਮਾਜਿਕ ਦ੍ਰਿਸ਼ਟੀਕੋਣ ਨੂੰ ਵਿਕਸਿਤ ਕਰਨ ਤੇ ਉਹਨਾਂ ਦੀ ਵਿਗਿਆਨਕ ਪਦਾਰਥਵਾਦ ਨਾਲ ਜਾਣ ਪਛਾਣ ਕਰਾਉਣ ਵਿੱਚ ਸਰਵੈਂਟ ਆਫ ਪੀਪਲਜ਼ ਸੁਸਾਇਟੀ ਦੇ ਪ੍ਰਿੰਸੀਪਲ ਸ਼ਬੀਲ ਦਾਸ ਦਾ ਵਿਸ਼ੇਸ਼ ਯੋਗਦਾਨ ਸੀ। ਉਹਨਾਂ ਦੀ ਇੱਕ ਛੋਟੀ ਜਿਹੀ ਪੁਸਤਕ ਕੀ ਪੜ੍ਹਿਆ ਜਾਵੇ ਨੇ ਉਸ ਸਮੇਂ ਅਧਿਐਨ ਲਈ ਕਿਤਾਬਾਂ ਦੀ ਚੋਣ ਕਰਨ ਵਿੱਚ ਸਾਡੀ ਕਾਫੀ ਮਦਦ ਕੀਤੀ ਸੀ। ਇਸ ਤੋਂ ਇਲਾਵਾ ਕੁਝ ਕਾਂਗਰਸੀ ਤੇ ਗੈਰ ਕਾਂਗਰਸੀ ਨੇਤਾਵਾਂ ਦਾ ਸਹਿਯੋਗ ਵੀ ਸਭਾ ਨੂੰ ਮਿਲਦਾ ਰਹਿੰਦਾ ਸੀ। ਇਹਨਾਂ ਵਿੱਚ ਡਾਕਟਰ ਸਤਪਾਲ, ਡਾਕਟਰ ਕਿਚਲੂ, ਕੇਦਾਰਨਾਥ ਸਹਿਗਲ ਅਤੇ ਸੋਹਣ ਸਿੰਘ ਜੋਸ਼ ਦੇ ਨਾਮ ਵਰਣਨਯੋਗ ਹਨ। ਨੌਜਵਾਨ ਭਾਰਤ ਸਭਾ ਦਾ ਪ੍ਰੋਗਰਾਮ ਕਾਂਗਰਸ ਦੀ ਗਾਂਧੀਵਾਦੀ ਸੁਧਾਰਵਾਦੀ ਨੀਤੀ ਦੀ ਆਲੋਚਨਾ ਕਰਦਿਆਂ ਹੋਇਆਂ ਜਨਤਾ ਨੂੰ ਤਿੱਖੀ ਸਿਆਸੀ ਸਰਗਰਮੀ ਦੀ ਪ੍ਰੇਰਨਾ ਦੇਣਾ ਅਤੇ ਜਨਤਾ ਵਿੱਚ ਇਨਕਲਾਬੀ ਸੰਘਰਸ਼ ਲਈ ਹਮਦਰਦੀ ਪੈਦਾ ਕਰਨਾ ਸੀ। ਉਸ ਸਮੇਂ ਦੇ ਹਾਲਾਤਾਂ ਮੁਤਾਬਕ ਖੁੱਲ੍ਹੇ ਸੰਘਰਸ਼ ਰਾਹੀਂ ਇਨਕਲਾਬ ਦਾ ਜਿੰਨਾ ਪ੍ਰਚਾਰ ਸੰਭਵ ਸੀ ਉਹ ਨੌਜਵਾਨ ਭਾਰਤ ਸਭਾ ਨੇ ਕੀਤਾ। ਭਗਤ ਸਿੰਘ ਜਦ ਵੀ ਕਾਨਪੁਰ ਆਉਂਦਾ ਤਾਂ ਹੋਰ ਕਿਤਾਬਾਂ ਦੇ ਨਾਲ-ਨਾਲ ਨੌਜਵਾਨ ਭਾਰਤ ਸਭਾ ਦਾ ਕੁਝ ਨਾ ਕੁਝ ਸਾਹਿਤ ਆਪਣੇ ਨਾਲ ਜ਼ਰੂਰ ਲੈ ਕੇ ਆਉਂਦਾ। ਰਾਧਾ ਮੋਹਨ ਗੋਕਲ ਜੀ ਅਤੇ ਸੱਤਿਆ ਭਗਤ ਨਾਲ ਮੇਲ ਮਿਲਾਪ ਨੇ ਕਾਨਪੁਰ ਦੇ ਸਾਡੇ ਸਭ ਸਾਥੀਆਂ ਅੰਦਰ ਸਮਾਜਵਾਦ ਦਾ ਰੁਝਾਨ ਪੈਦਾ ਕਰ ਦਿੱਤਾ ਸੀ। ਸਚਿੰਦਰਨਾਥ ਸਨਿਆਲ ਰਾਹੀਂ ਸ੍ਰੀ ਰਾਧਾ ਮੋਹਨ ਗੋਕਲ ਜੀ ਅਤੇ ਸੱਤਿਆ ਭਗਤ ਨਾਲ ਭਗਤ ਸਿੰਘ ਦਾ ਸੰਪਰਕ ਕਾਕੋਰੀ ਤੋਂ ਪਹਿਲਾਂ ਹੀ ਸਥਾਪਿਤ ਹੋ ਚੁੱਕਾ ਸੀ। ਇਹ ਚਾਰੇ ਸਮਾਜਵਾਦ ਅਤੇ ਕਮਿਊਨਿਜ਼ਮ ਉੱਪਰ ਕਾਫੀ ਵਿਚਾਰ ਵਟਾਂਦਰਾ ਕਰ ਚੁੱਕੇ ਸਨ। ਸਵਰਗੀ ਸ੍ਰੀ ਰਕੇਸ਼ ਕੁਮਾਰ ਵਿਦਿਆਰਥੀ ਦੀ ਅਗਵਾਈ ਵਿੱਚ ਅਸੀਂ ਕਾਨਪੁਰ ਮਜ਼ਦੂਰ ਸਭਾ ਵਿੱਚ ਵੀ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਸੀ। ਅਗਾਂਹ ਜਾ ਕੇ ਭਗਤ ਸਿੰਘ ਨੇ ਸਾਡੇ ਇਸ ਰੁਝਾਨ ਨੂੰ ਹੋਰ ਬਲ ਬਖਸ਼ਿਆ ਅਤੇ ਸਮਾਜਵਾਦ ਦਾ ਅਧਿਐਨ ਤੇ ਉਸ ਉੱਪਰ ਵਿਚਾਰ ਕਰਨ ਦੀ ਪ੍ਰੇਰਨਾ ਦਿੱਤੀ। ਉਸ ਦਾ ਕਹਿਣਾ ਸੀ ਕਿ ਅੰਗਰੇਜ਼ੀ ਗੁਲਾਮੀ ਵਿਰੁੱਧ ਸੰਘਰਸ਼ ਤਾਂ ਸਾਡੇ ਸੰਗਰਾਮ ਦਾ ਪਹਿਲਾ ਮੋਰਚਾ ਹੈ। ਅੰਤਮ ਲੜਾਈ ਤਾਂ ਸਾਨੂੰ ਲੁੱਟ-ਖਸੁੱਟ ਦੇ ਖਿਲਾਫ ਹੀ ਲੜਨੀ ਪਵੇਗੀ। ਇਹ ਲੁੱਟ-ਖਸੁੱਟ ਚਾਹੇ ਮਨੁੱਖ ਦੁਆਰਾ ਮਨੁੱਖ ਦੀ ਹੋਵੇ ਜਾਂ ਇੱਕ ਕੌਮ ਦੁਆਰਾ ਦੂਜੀ ਕੌਮ ਦੀ ਹੋਵੇ, ਇਹ ਲੜਾਈ ਜਨਤਾ ਦੇ ਸਹਿਯੋਗ ਤੋਂ ਬਿਨਾਂ ਨਹੀਂ ਲੜੀ ਜਾ ਸਕਦੀ। ਇਸ ਕਰਕੇ ਸਾਨੂੰ ਹਰ ਸੰਭਵ ਢੰਗ ਤਰੀਕਿਆਂ ਨਾਲ ਜਨਤਾ ਦੇ ਵੱਧ ਤੋਂ ਵੱਧ ਨੇੜੇ ਹੋਣ ਦੇ ਯਤਨ ਕਰਦੇ ਰਹਿਣਾ ਚਾਹੀਦਾ ਹੈ।
ਨੌਜਵਾਨ ਭਾਰਤ ਸਭਾ ਦੀ ਸਥਾਪਨਾ, ਮਜ਼ਦੂਰ ਸਭਾ ਦੇ ਕੰਮ, ਅਖਬਾਰਾਂ ਰਸਾਲਿਆਂ ਵਿੱਚ ਲੇਖ ਲੜੀਆਂ, ਪਰਦਾ ਚਿੱਤਰਾਂ ਦੀ ਵਰਤੋਂ, ਪਰਚੇ ਅਤੇ ਪੈਂਫਲੇਟ ਆਦਿ ਅਜਿਹੇ ਯਤਨਾਂ ਦਾ ਹੀ ਹਿੱਸਾ ਸਨ। ਭਗਤ ਸਿੰਘ ਤੋਂ ਪਹਿਲਾਂ ਪ੍ਰਚਾਰ ਅਤੇ ਜਨਤਾ ਨਾਲ ਸੰਬੰਧ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਇੰਨਾ ਵੱਡਾ ਅਤੇ ਜਥੇਬੰਦਕ ਕਦਮ ਇਨਕਲਾਬੀਆਂ ਨੇ ਕਦੇ ਵੀ ਨਹੀਂ ਸੀ ਉਠਾਇਆ। ਇੱਥੋਂ ਤੱਕ ਕਿ ਫੜੇ ਜਾਣ ਤੋਂ ਬਾਅਦ ਵੀ ਅਦਾਲਤ ਨੂੰ ਉਸਨੇ ਮੁੱਖ ਰੂਪ ਵਿੱਚ ਆਪਣੇ ਵਿਚਾਰਾਂ ਦੇ ਪ੍ਰਚਾਰ ਦੇ ਸਾਧਨ ਰੂਪ ਵਜੋਂ ਹੀ ਇਸਤੇਮਾਲ ਕੀਤਾ ਸੀ। ਉਹ ਇੱਕ ਚੰਗਾ ਜੁਝਾਰੂ ਹੀ ਨਹੀਂ, ਇੱਕ ਉੱਤਮ ਪ੍ਰਚਾਰਕ ਵੀ ਸੀ। ਪ੍ਰਚਾਰ ਦੇ ਦੋ ਮੁੱਖ ਸਾਧਨ ਹਨ, ਬੋਲਣੀ ਅਤੇ ਲੇਖਣੀ। ਭਗਤ ਸਿੰਘ ਇਹਨਾਂ ਦੋਹਾਂ ਵਿੱਚ ਹੀ ਮਾਹਰ ਸੀ। ਆਮਣੇ ਸਾਹਮਣੇ ਦੀ ਗੱਲਬਾਤ ਵਿੱਚ ਵਾਧੂ ਹੋਣ ਦੇ ਨਾਲ ਨਾਲ ਉਹ ਇੱਕ ਚੰਗਾ ਬੁਲਾਰਾ ਵੀ ਸੀ। ਨੌਜਵਾਨ ਅਤੇ ਵਿਦਿਆਰਥੀਆਂ ਵਿੱਚ ਪਰਦਾ ਚਿੱਤਰਾਂ ਉੱਪਰ ਉਸ ਦੇ ਭਾਸ਼ਣ ਤਾਂ ਵਿਸ਼ੇਸ਼ ਰੂਪ ਵਿੱਚ ਹਰਮਨ ਪਿਆਰੇ ਸਨ। ਕਲਮ ਦਾ ਧਨੀ ਤਾਂ ਉਹ ਹੈ ਹੀ ਸੀ। ਹਿੰਦੀ, ਉਰਦੂ, ਪੰਜਾਬੀ ਅਤੇ ਅੰਗਰੇਜ਼ੀ ਵਿੱਚ ਉਹ ਇੱਕੋ ਜਿਹਾ ਮਾਹਰ ਸੀ। ਉਨੀ ਦਿਨੀ ਕਾਮਰੇਡ ਸੋਹਣ ਸਿੰਘ ਜੋਸ਼ ਅੰਮ੍ਰਿਤਸਰ ਵਿੱਚ ਕਿਰਤੀ ਨਾਮਕ ਗੁਰਮੁਖੀ ਅਤੇ ਉਰਦੂ ਵਿੱਚ ਇੱਕ ਮਹੀਨੇਵਾਰ ਪਰਚਾ ਕੱਢਦੇ ਸਨ। ਭਗਤ ਸਿੰਘ ਉਹਨਾਂ ਵਿੱਚ ਬਾਕਾਇਦਗੀ ਨਾਲ ਲਿਖਦਾ ਸੀ। ਵੱਖ-ਵੱਖ ਨਾਵਾਂ ਹੇਠ ਕਿਰਤੀ ਵਿੱਚ ਇਨਕਲਾਬੀ ਸ਼ਹੀਦਾਂ ਦੀਆਂ ਜੋ ਜੀਵਨੀਆਂ ਛਪੀਆਂ ਹਨ, ਉਹਨਾਂ 'ਚੋਂ ਬਹੁਤੀਆਂ ਭਗਤ ਸਿੰਘ ਦੀ ਹੀ ਕਲਮ ਦੀ ਦੇਣ ਹਨ। ਹਿੰਦੀ ਵਿੱਚ ਉਸਨੇ ਜ਼ਿਆਦਾਤਰ ਪ੍ਰਤਾਪ, ਮਹਾਰਥੀ ਅਤੇ ਚਾਂਦ ਵਰਗੇ ਪਰਚਿਆਂ ਵਿੱਚ ਹੀ ਲਿਖਿਆ। ਅੰਗਰੇਜ਼ੀ ਵਿੱਚ ਲਿਖੇ ਹੋਏ ਉਸਦੇ ਲੇਖ, ਅਦਾਲਤ ਵਿਚਲਾ ਬਿਆਨ, ਪੱਤਰ, ਪਰਚੇ ਆਦਿ ਉਸਦੀ ਤਾਕਤਵਰ ਸ਼ੈਲੀ ਦਾ ਸਬੂਤ ਹਨ। ਨੌਜਵਾਨ ਭਾਰਤ ਸਭਾ ਦੇ ਐਲਾਨਨਾਮੇ ਦਾ ਅੰਗਰੇਜ਼ੀ ਵਿੱਚ ਖਰੜਾ ਭਗਵਤੀ ਚਰਨ ਨੇ ਭਗਤ ਸਿੰਘ ਨਾਲ ਮਿਲ ਕੇ 1928 ਵਿੱਚ ਤਿਆਰ ਕੀਤਾ ਸੀ। ਭਾਸ਼ਾ, ਸ਼ੈਲੀ ਅਤੇ ਦੇਸ਼ ਦੇ ਉਸ ਸਮੇਂ ਦੇ ਸਿਆਸੀ ਪੱਧਰ ਦੇ ਪ੍ਰਸੰਗ ਵਿੱਚ ਵਿਚਾਰਾਂ ਦੀ ਪਰਪੱਕਤਾ ਦੀ ਦ੍ਰਿਸ਼ਟੀ ਤੋਂ ਇਹ ਐਲਾਨਨਾਮਾ ਅੱਜ ਵੀ ਇੱਕ ਇਤਿਹਾਸਿਕ ਮਹੱਤਤਾ ਵਾਲਾ ਦਸਤਾਵੇਜ਼ ਹੈ। ਅਸੈਂਬਲੀ ਵਿੱਚ ਬੰਬ ਸੁੱਟਣ ਤੋਂ ਬਾਅਦ ਫੜੇ ਜਾਣ 'ਤੇ ਅਦਾਲਤ ਵਿੱਚ ਉਸਨੇ ਜੋ ਬਿਆਨ ਦਿੱਤਾ ਸੀ, ਉਹ ਤਾਂ ਉਸ ਸਮੇਂ ਹੀ ਕੌਮਾਂਤਰੀ ਪ੍ਰਸਿੱਧੀ ਦਾ ਇੱਕ ਦਸਤਾਵੇਜ਼ ਬਣ ਗਿਆ ਸੀ। ਉਸ ਨੂੰ ਪੜ੍ਹਨ ਲਿਖਣ ਦਾ ਬੇਹੱਦ ਸ਼ੌਂਕ ਸੀ। ਉਹ ਜਦ ਵੀ ਕਾਨਪੁਰ ਆਉਂਦਾ ਆਪਣੇ ਨਾਲ 2-4 ਕਿਤਾਬਾਂ ਜ਼ਰੂਰ ਲੈ ਕੇ ਆਉਂਦਾ। ਬਾਅਦ ਵਿੱਚ ਫਰਾਰ ਜ਼ਿੰਦਗੀ ਵਿੱਚ ਜਦ ਵੀ ਉਸ ਨਾਲ ਰਹਿਣ ਦਾ ਮੌਕਾ ਮਿਲਿਆ ਤਾਂ ਦੇਖਿਆ ਪਿਸਤੌਲ ਅਤੇ ਕਿਤਾਬ 24 ਘੰਟੇ ਉਸ ਦੇ ਨਾਲ ਹੁੰਦੇ ਸਨ। ਮੈਨੂੰ ਇੱਕ ਵੀ ਅਜਿਹਾ ਮੌਕਾ ਯਾਦ ਨਹੀਂ ਆਉਂਦਾ ਜਦ ਉਸ ਕੋਲ ਕੋਈ ਕਿਤਾਬ ਨਾ ਹੋਵੇ। 1923-24 ਵਿੱਚ ਭਗਤ ਸਿੰਘ ਦੇ ਪਿਤਾ ਉਸ ਦਾ ਵਿਆਹ ਕਰਨ ਲਈ ਉਤਾਰੂ ਹੋ ਗਏ ਸਨ। ਪਿਤਾ ਦੀ ਜਿੱਦ ਤੋਂ ਬਚਣ ਲਈ ਉਹ ਭੱਜ ਕੇ ਕਾਨਪੁਰ ਆ ਗਿਆ ਸੀ। ਕੁਝ ਦਿਨ ਦਿੱਲੀ ਵੀ ਰਿਹਾ। ਇੱਥੇ ਉਸਨੇ ਬੜੀਆਂ ਮੁਸ਼ਕਲਾਂ ਭਰੇ ਦਿਨ ਬਿਤਾਏ। ਦਿੱਲੀ ਕਾਨਪੁਰ ਤੋਂ ਜਦ ਉਹ ਲਾਹੌਰ ਵਾਪਸ ਗਿਆ ਤਾਂ ਪੱਗ ਨਾ ਹੋਣ ਕਾਰਨ ਉਸਨੇ ਇੱਕ ਪਰਨਾ ਹੀ ਬੰਨ੍ਹਿਆ ਹੋਇਆ ਸੀ। ਉਸਦੀ ਕਮੀਜ਼ ਵੀ ਸਾਥ ਛੱਡ ਗਈ ਸੀ ਅਤੇ ਉਸਦੀ ਥਾਂ ਉਸਨੇ ਬੰਦ ਗਲੇ ਦਾ ਖੱਦਰ ਦਾ ਕੋਟ ਹੀ ਪਹਿਨਿਆ ਹੋਇਆ ਸੀ। ਕੋਟ ਦਾ ਅੰਦਰਲਾ ਕੱਪੜਾ ਫਟ ਜਾਣ 'ਤੇ ਇਸ ਦੀ ਥਾਂ ਉਸਨੇ ਪਜਾਮੇ ਦਾ ਕੱਪੜਾ ਲਾ ਦਿੱਤਾ ਅਤੇ ਪਜਾਮੇ ਦੀ ਥਾਂ ਚਾਦਰ ਬੰਨ੍ਹਣ ਲੱਗਾ, ਜਿਸ ਨੂੰ ਉਹ ਲੂੰਗੀ ਵਾਂਗ ਵਰਤਿਆ ਕਰਦਾ ਸੀ। ਪਰ ਇਸ ਹਾਲਤ ਵਿੱਚ ਵੀ ਉਸਦੀ ਕੋਟ ਦੀ ਜੇਬ ਵਿੱਚ ਕੋਈ ਨਾ ਕੋਈ ਕਿਤਾਬ ਜ਼ਰੂਰ ਹੁੰਦੀ। ਭਗਤ ਸਿੰਘ ਨੂੰ ਸੁਹਜ, ਸੰਗੀਤ ਅਤੇ ਕਲਾ ਨਾਲ ਵੀ ਬੇਹੱਦ ਪਿਆਰ ਸੀ। ਆਗਰਾ ਕੇਂਦਰ 'ਤੇ ਜਦ ਕਦੀ ਵੀ ਪੰਜਾਬ ਤੋਂ ਸੁਖਦੇਵ ਆ ਜਾਂਦਾ ਤਾਂ ਦੋਨੋਂ ਇੱਕ ਦੂਜੇ ਵਿੱਚ ਇਸ ਤਰ੍ਹਾਂ ਗੁਆਚ ਜਾਂਦੇ ਜਿਵੇਂ ਹੋਰ ਕਿਸੇ ਦੀ ਹੋਂਦ ਹੀ ਨਾ ਹੋਵੇ। ਉਸ ਸਮੇਂ ਪੰਜਾਬ ਕਾਂਗਰਸ ਦੀਆਂ ਸਰਗਰਮੀਆਂ, ਉਸ ਦੇ ਨੇਤਾਵਾਂ ਦੀਆਂ ਆਪਸੀ ਪੈਂਤੜੇਬਾਜ਼ੀਆਂ, ਨੌਜਵਾਨ ਭਾਰਤ ਸਭਾ ਦਾ ਕੰਮ, ਬੁੱਧੀਜੀਵੀਆਂ ਦੇ ਮਾਨਸਿਕ ਉਤਰਾਅ ਚੜ੍ਹਾਅ, ਇਨਕਲਾਬੀ ਸੰਘਰਸ਼ ਦੀਆਂ ਸਮੱਸਿਆਵਾਂ, ਮਜ਼ਦੂਰਾਂ ਦੇ ਸੰਘਰਸ਼ ਆਦਿ ਵਿਸ਼ਿਆਂ ਤੋਂ ਇਲਾਵਾ ਕਿਸਨੇ ਕੀ ਪੜ੍ਹਿਆ ਹੈ, ਪੜ੍ਹੀਆਂ ਕਿਤਾਬਾਂ ਦੇ ਲੇਖਕਾਂ ਦੀ ਸ਼ੈਲੀ ਅਤੇ ਵਿਚਾਰ, ਨਵੀਆਂ ਫਿਲਮਾਂ, ਐਕਟਰਾਂ ਦੀ ਐਕਟਿੰਗ ਆਦਿ ਸਭ ਗੱਲਾਂ 'ਤੇ ਬਹਿਸ ਹੁੰਦੀ। ਭਗਤ ਸਿੰਘ ਅਤੇ ਸੁਖਦੇਵ ਦੇ ਹਸਮੁਖ ਸੁਭਾਅ ਦਾ ਸ੍ਰੀ ਰਾਜਾ ਰਾਮ ਸ਼ਾਸਤਰੀ ਨੇ ਬੜਾ ਹੀ ਦਿਲਚਸਪ ਵਰਣਨ ਕੀਤਾ ਹੈ। ਉਹ ਲਿਖਦੇ ਹਨ,
ਭਗਤ ਸਿੰਘ ਕੀ ਪੜ੍ਹਦੇ ਸਨ, ਉਹਨਾਂ ਦੇ ਵਿਚਾਰਾਂ ਦਾ ਵਿਕਾਸ ਕਿਵੇਂ ਹੋਇਆ, ਅਸੈਂਬਲੀ ਵਿੱਚ ਬੰਬ ਸੁੱਟਣ ਦੇ ਨਾਲ ਜੋ ਪਰਚਾ ਸੁੱਟਿਆ ਗਿਆ ਸੀ, ਇਹ ਵਿਚਾਰ ਕਿੱਥੋਂ ਆਇਆ, ਰੂਸ ਦੇ ਗੁਪਤ ਇਨਕਲਾਬੀਆਂ ਤੋਂ ਉਹਨਾਂ ਨੂੰ ਕੀ ਸਿੱਖਿਆ ਮਿਲੀ, ਉਹਨਾਂ ਨੇ ਗੁਪਤ ਸਾਹਿਤ ਦਾ ਪ੍ਰਕਾਸ਼ਨ ਤੇ ਵੰਡ ਵੰਡਾਈ ਕਿਵੇਂ ਕੀਤੀ, ਆਦਿ ਵਿਸ਼ਿਆਂ ਉੱਪਰ ਤਾਂ ਮੈਂ ਬਾਅਦ ਵਿੱਚ ਰੌਸ਼ਨੀ ਪਾਵਾਂਗਾ। ਸਭ ਤੋਂ ਪਹਿਲਾਂ ਮੈਂ ਭਗਤ ਸਿੰਘ ਨਾਲ ਆਪਣੀ ਦੋਸਤੀ ਦੇ ਸੰਬੰਧ ਵਿੱਚ ਲਿਖਣਾ ਚਾਹੁੰਦਾ ਹਾਂ, ਤਾਂ ਕਿ ਇਹ ਜਾਣਿਆ ਜਾ ਸਕੇ ਕਿ ਉਹ ਕਿਹੋ ਜਿਹੇ ਹਸਮੁਖ ਸੁਭਾਅ ਵਾਲੇ ਸਨ ਤੇ ਆਮ ਨੌਜਵਾਨਾਂ ਵਾਂਗ ਕਿਹੋ ਜਿਹੀਆਂ ਸ਼ਰਾਰਤਾਂ ਕਰਿਆ ਕਰਦੇ ਸਨ। ਰਾਤ ਦਾ ਸਮਾਂ ਹੈ, ਮੈਂ ਗੂੜੀ ਨੀਂਦ ਸੌਂ ਰਿਹਾ ਹਾਂ। ਮੇਰੇ ਦਰਵਾਜ਼ੇ 'ਤੇ 3 ਵਾਰ ਦਸਤਕ ਹੁੰਦੀ ਹੈ। ਦਰਵਾਜ਼ਾ ਖੋਲ੍ਹਦਿਆਂ ਹੀ ਭਗਤ ਸਿੰਘ ਅਤੇ ਸੁਖਦੇਵ ਮੇਰੇ ਕਮਰੇ ਵਿੱਚ ਦਾਖਲ ਹੁੰਦੇ ਹਨ। ਮੈਂ ਮੰਜੇ 'ਤੇ ਪੈ ਜਾਂਦਾ ਹਾਂ ਤੇ ਉਹ ਦੋਨੋਂ ਆਪਣੇ ਕੱਪੜੇ ਉਤਾਰਨ ਲੱਗਦੇ ਹਨ। ਮੇਰਾ ਕਮਰਾ ਕਾਫੀ ਛੋਟਾ ਸੀ, ਇਸ ਵਿੱਚ ਸਿਰਫ ਇੱਕ ਮੰਜਾ ਹੀ ਡਾਇਆ ਜਾ ਸਕਦਾ ਸੀ, ਪਰ ਉਸ ਸਮੇਂ ਅਸੀਂ 3 ਹੋ ਗਏ ਸਾਂ। ਕੌਣ ਕਿੱਥੇ ਪਏਗਾ, ਕੀ ਕਰੀਏ, ਇਹ ਸਵਾਲ ਸੀ। ਹੁੰਦਾ ਇਹ ਹੈ ਕਿ ਮੈਂ ਤਾਂ ਸੌਣ ਦਾ ਬਹਾਨਾ ਕਰਕੇ ਮੰਜੇ 'ਤੇ ਪੈ ਜਾਂਦਾ ਹਾਂ, ਪਰ ਉਹ ਦੋਨੋਂ ਪਹਿਲਾਂ ਹੌਲੀ ਆਵਾਜ਼ ਵਿੱਚ ਤੇ ਫਿਰ ਜ਼ੋਰ ਨਾਲ, ਖਾਸ ਤੌਰ 'ਤੇ ਮੈਨੂੰ ਸੁਣਾਉਣ ਲਈ ਗੱਲਾਂ ਕਰਨ ਲੱਗਦੇ ਹਨ। ਭਗਤ ਸਿੰਘ ਸੁਖਦੇਵ ਨੂੰ ਕਹਿੰਦਾ ਹੈ ਕਿ ਰਾਜਾ ਰਾਮ ਨੂੰ ਸੌਣ ਦਿੱਤਾ ਜਾਏ, ਆਪਾਂ ਦੋਵੇਂ ਹੌਲੀ ਹੌਲੀ ਕੁਝ ਗੱਲਾਂ ਕਰਾਂਗੇ। ਇਹ ਕਹਿੰਦੇ ਕਹਿੰਦੇ ਉਹ ਦੋਨੋਂ ਮੇਰੇ ਮੰਜੇ ਦੀਆਂ ਬਾਹੀਆਂ 'ਤੇ ਬੈਠ ਜਾਂਦੇ ਹਨ ਤੇ ਗੱਲਾਂ ਕਰਨ ਲੱਗਦੇ ਹਨ। ਗੱਲਾਂ ਕਰਦੇ ਕਰਦੇ ਉਹ ਦੋਵੇਂ ਆਪਣਾ ਭਾਰ ਮੇਰੇ 'ਤੇ ਸੁੱਟਣ ਲੱਗਦੇ ਹਨ। ਕੁਝ ਦੇਰ ਬਾਅਦ ਦੋਨੋਂ ਮੇਰੇ ਦੋਵੇਂ ਪਾਸੇ ਲੇਟ ਜਾਂਦੇ ਹਨ। ਗੱਲਾਂ ਦਾ ਤਾਂ ਬਹਾਨਾ ਹੀ ਸੀ, ਅਸਲ ਮਨੋਰਥ ਮੈਨੂੰ ਪਰੇਸ਼ਾਨ ਕਰਨਾ ਸੀ। ਹੁੰਦਾ ਇਹ ਹੈ ਕਿ ਉਹ ਇੱਕ ਦੂਜੇ ਵੱਲ ਖਿਸਕਦੇ ਜਾਂਦੇ ਹਨ ਤੇ ਮੈਂ ਵਿਚਾਲੇ ਨਪੀੜਿਆ ਜਾਂਦਾ ਹਾਂ। ਅਖੀਰ ਮੈਂ ਪਰੇਸ਼ਾਨ ਹੋ ਕੇ ਉੱਠ ਜਾਂਦਾ ਹਾਂ। ਮੰਜੇ ਤੋਂ ਮੇਰੇ ਉੱਠਣ ਸਾਰ ਹੀ ਉਹ ਮੌਜ ਨਾਲ ਲੱਤਾਂ ਪਸਾਰ ਕੇ ਮੰਜੇ 'ਤੇ ਪੈ ਜਾਂਦੇ ਹਨ। ਸਮਾਜਵਾਦ ਦਾ ਪਾਠ। ਪਰ ਇਹ ਡਰਾਮਾ ਇੱਥੇ ਹੀ ਖਤਮ ਨਹੀਂ ਹੋ ਜਾਂਦਾ। ਭਗਤ ਸਿੰਘ ਸੁਖਦੇਵ ਨੂੰ ਕਹਿੰਦੇ ਹਨ ਕਿ ਸੁਖਦੇਵ ਭਾਈ, ਇਹ ਤਾਂ ਮੰਨਣਾ ਹੀ ਪਵੇਗਾ ਕਿ ਰਾਜਾ ਰਾਮ ਹੈ ਬਹੁਤ ਨੇਕ। ਇਸ ਤੋਂ ਆਪਣਾ ਦੋਹਾਂ ਦਾ ਕਸ਼ਟ ਦੇਖਿਆ ਨਹੀਂ ਗਿਆ, ਸੋ ਵਿਚਾਰਾ ਖੁਦ ਫਰਸ਼ 'ਤੇ ਪੈ ਗਿਆ ਹੈ ਤੇ ਆਪਣੇ ਲਈ ਮੰਜਾ ਛੱਡ ਦਿੱਤਾ ਹੈ। ਸੁਖਦੇਵ ਕਹਿੰਦੇ ਹਨ, ਭਗਤ ਸਿੰਘ, ਰਾਜਾ ਰਾਮ ਆਪਣਾ ਪੱਕਾ ਸਾਥੀ ਹੈ। ਇਹ ਆਪਣੇ ਮਿੱਤਰਾਂ ਦਾ ਬਹੁਤ ਖਿਆਲ ਰੱਖਦਾ ਹੈ। ਵਿਚਾਰਾ ਇੱਕ ਵੀ ਸ਼ਬਦ ਨਹੀਂ ਬੋਲਿਆ ਤੇ ਚੁੱਪਚਾਪ ਭੁੰਜੇ ਪੈ ਗਿਆ। ਮੈਂ ਇੱਕਦਮ ਗੁੱਸੇ ਵਿੱਚ ਔਖਾ ਹੋ ਜਾਂਦਾ ਹਾਂ ਤੇ ਕਹਿਣ ਲੱਗਦਾ ਹਾਂ, ਬੰਦ ਕਰੋ ਇਹ ਬਕਵਾਸ। ਇੱਕ ਤਾਂ ਮੇਰਾ ਮੰਜਾ ਖੋਹ ਲਿਆ, ਮੈਨੂੰ ਭੁੰਜੇ ਪੈਣ ਲਈ ਮਜਬੂਰ ਕਰ ਦਿੱਤਾ ਤੇ ਹੁਣ ਮੇਰਾ ਮਜ਼ਾਕ ਉਡਾਉਂਦੇ ਹੋ। ਬਸ ਹੁਣ ਚੁੱਪਚਾਪ ਸੌਂ ਜਾਓ, ਵਰਨਾ ਡੰਡੇ ਪੈਣਗੇ ਤੇ ਮੈਂ ਰੌਲਾ ਵੀ ਪਾ ਦਿਆਂਗਾ। ਫਿਰ ਦੋਹਾਂ ਨੂੰ ਬਾਹਰ ਜਾਣਾ ਪਏਗਾ। ਇਸ ਗੱਲ 'ਤੇ ਭਗਤ ਸਿੰਘ ਕਹਿੰਦੇ ਹਨ, ਰਾਜਾ ਰਾਮ ਦਾ ਗੁੱਸਾ ਕਰਨਾ ਤਾਂ ਵਾਜਬ ਹੈ। ਸਮਾਜਵਾਦ ਵੀ ਇਹ ਕਹਿੰਦਾ ਹੈ ਕਿ ਆਪਾਂ ਦੋਹਾਂ ਨੂੰ ਵੀ ਮੰਜਾ ਖੜਾ ਕਰਕੇ ਭੁੰਜੇ ਹੀ ਪੈਣਾ ਚਾਹੀਦਾ ਹੈ। ਇਸ ਨਾਲ ਸਭ ਦੀ ਤਕਲੀਫ ਬਰਾਬਰ ਹੋ ਜਾਵੇਗੀ। ਤੇ ਫਿਰ ਕੀ ਸੀ, ਮੰਜਾ ਉਹਨਾਂ ਨੇ ਖੜਾ ਕਰ ਦਿੱਤਾ ਤੇ ਭੁੰਜੇ ਪੈ ਗਏ। ਇੰਜ ਉਹ ਹੱਸਦੇ ਮਜ਼ਾਕ ਕਰਦੇ ਕਰਦੇ ਡੂੰਘੀ ਨੀਂਦ ਸੌਂ ਗਏ। ਜਦ ਕਦੀ ਵੀ ਉਹ ਰਾਤ ਨੂੰ ਮੇਰੇ ਕੋਲ ਆਉਂਦੇ, ਅਜਿਹਾ ਹੀ ਕੋਈ ਨਾ ਕੋਈ ਡਰਾਮਾ ਦੁਹਰਾਇਆ ਜਾਂਦਾ। ਰਾਜਾ ਰਾਮ ਇੱਕ ਹੋਰ ਦਿਲਚਸਪ ਘਟਨਾ ਦਾ ਵੀ ਵਰਣਨ ਕਰਦਾ ਹੈ। ਇੱਕ ਵਾਰ ਵਿਕਟਰ ਹਿਊਗੋ ਦੇ ਮਸ਼ਹੂਰ ਨਾਵਲ 93 ਦੇ ਇੱਕ ਪ੍ਰਸੰਗ ਉੱਪਰ ਭਗਤ ਸਿੰਘ ਅਤੇ ਸੁਖਦੇਵ ਵਿਚਕਾਰ ਮਤਭੇਦ ਹੋ ਗਿਆ। ਫਰਾਂਸ ਦੇ ਰਾਜੇ ਦੀਆਂ ਸਮਰਥਕ ਫੌਜਾਂ ਵਿਚਕਾਰ ਸੰਘਰਸ਼ ਹੁੰਦਾ ਹੈ। ਇਨਕਲਾਬੀ ਫੌਜਾਂ ਦੀ ਜਿੱਤ ਹੁੰਦੀ ਹੈ ਤੇ ਵਿਰੋਧੀ ਫੌਜਾਂ ਦਾ ਆਗੂ ਲਾਤਨਿਕ ਗ੍ਰਿਫਤਾਰ ਹੋ ਜਾਂਦਾ ਹੈ। ਇਨਕਲਾਬੀ ਫੌਜਾਂ ਦਾ ਆਗੂ ਗਾਵੇਨ ਲਾਤਨਿਕ ਪਰਿਵਾਰ ਦਾ ਹੀ ਇੱਕ ਨੌਜਵਾਨ ਹੈ। ਲਾਤਨਿਕ ਦੇ ਸਕੇ ਭਾਈ ਦਾ ਪੋਤਰਾ ਹੈ ਤੇ ਉਸਦੀ ਰਿਆਸਤ ਦਾ ਵਾਰਸ ਹੈ। ਫਾਂਸੀ ਤੋਂ ਪਹਿਲੀ ਰਾਤ ਗਾਵੇਨ ਜੇਲ੍ਹ ਦੀ ਕੋਠੜੀ ਵਿੱਚ ਆਪਣੇ ਬਾਬੇ ਨਾਲ ਮੁਲਾਕਾਤ ਕਰਦਾ ਹੈ। ਲਾਤਨਿਕ ਰਾਜ ਘਰਾਣੇ ਨਾਲ ਗੱਦਾਰੀ ਕਰਕੇ ਲੋਕਤੰਤਰਵਾਦੀਆਂ ਦਾ ਸਾਥ ਦੇਣ ਕਾਰਨ ਗਾਵੇਨ ਨੂੰ ਫਿੱਟ ਲਾਹਨਤ ਪਾਉਂਦਾ ਹੈ। ਨਾਲ ਉਹ ਗਾਵੇਨ ਦੇ ਦਿਲ ਵਿਚਲੇ ਕੋਮਲ ਜਜ਼ਬਾਤਾਂ 'ਤੇ ਵੀ ਚੋਟ ਮਾਰਦਾ ਹੈ। ਅੰਤ ਵਿੱਚ ਗਾਵੇਨ ਨੂੰ ਬੁੱਢੇ ਲਾਤਨਿਕ 'ਤੇ ਰਹਿਮ ਆ ਜਾਂਦਾ ਹੈ।
ਉਹ ਲਾਤਨਿਕ ਨੂੰ ਸੈਨਾਪਤੀ ਵਾਲੇ ਆਪਣੇ ਕੱਪੜੇ ਪਹਿਨਾ ਕੇ ਰਾਤ ਦੇ ਹਨੇਰੇ ਵਿੱਚ ਜੇਲ੍ਹ ਤੋਂ ਬਾਹਰ ਕਰ ਦਿੰਦਾ ਹੈ ਅਤੇ ਉਸ ਦੀ ਥਾਂ ਉਹ ਖੁਦ ਜੇਲ੍ਹ ਦੀ ਕੋਠੜੀ ਵਿੱਚ ਬੰਦ ਹੋ ਜਾਂਦਾ ਹੈ। ਦੂਸਰੇ ਦਿਨ ਸਵੇਰੇ ਜਦ ਮੌਤ ਦੀ ਸਜ਼ਾ ਨੂੰ ਨੇਪਰੇ ਚਾੜ੍ਹਨ ਲਈ ਬੰਦੀ ਨੂੰ ਬਾਹਰ ਕੱਢਿਆ ਜਾਂਦਾ ਹੈ ਤਾਂ ਲਾਤਨਿਕ ਦੀ ਬਜਾਏ ਗਾਵੇਨ ਨੂੰ ਦੇਖ ਕੇ ਲੋਕਾਂ ਅੰਦਰ ਹੈਰਾਨੀ ਦੀ ਕੋਈ ਹੱਦ ਨਹੀਂ ਰਹਿੰਦੀ। ਇਨਕਲਾਬੀ ਫੌਜਾਂ ਅੰਦਰ ਜਨ ਸੁਰੱਖਿਆ ਪ੍ਰੀਸ਼ਦ ਦੇ ਨੁਮਾਇੰਦੇ ਦੇ ਰੂਪ ਵਿੱਚ ਸਮਿਰਡਨ ਨਾਂ ਦਾ ਇੱਕ ਪਾਦਰੀ ਸੀ। ਸਮਿਰਡਨ ਫਰਜ਼ ਪੂਰਤੀ ਪ੍ਰਤੀ ਜਿੰਨਾ ਕਠੋਰ ਸੀ, ਮੋਹ ਮਮਤਾ ਦੀਆਂ ਕੋਮਲ ਮਨੁੱਖੀ ਭਾਵਨਾਵਾਂ ਪ੍ਰਤੀ ਓਨਾ ਹੀ ਕਮਜ਼ੋਰ ਸੀ। ਗਾਵੇਨ ਉਸ ਦੇ ਸਾਹਮਣੇ ਆਪਣਾ ਦੋਸ਼ ਪ੍ਰਵਾਨ ਕਰ ਲੈਂਦਾ ਹੈ। ਸਮਿਰਡਨ ਦੀ ਪ੍ਰਧਾਨਗੀ ਹੇਠ ਇਨਕਲਾਬੀ ਅਦਾਲਤ ਗਾਵੇਨ ਨੂੰ ਇਨਕਲਾਬ ਨਾਲ ਵਿਸ਼ਵਾਸਘਾਤ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਦੇ ਦਿੰਦੀ ਹੈ। ਅਖੀਰਲੀ ਰਾਤ ਸਮਿਰਡਨ ਜੇਲ੍ਹ ਦੀ ਕੋਠੜੀ ਵਿੱਚ ਗਾਵੇਨ ਨਾਲ ਮੁਲਾਕਾਤ ਕਰਦਾ ਹੈ। ਸਮਿਰਡਨ ਨੂੰ ਦੇਖ ਕੇ ਗਾਵੇਨ ਖੜ੍ਹਾ ਹੋ ਜਾਂਦਾ ਹੈ। ਅੱਖਾਂ ਵਿੱਚ ਹੰਝੂ ਵਹਿ ਤੁਰਦੇ ਹਨ। ਦੂਸਰੇ ਦਿਨ ਸਵੇਰੇ ਗਾਵੇਨ ਫਾਂਸੀ ਦੇ ਤਖਤੇ 'ਤੇ ਖੜ੍ਹਾ ਹੈ। ਫੌਜੀ ਆਦੇਸ਼ ਦੀ ਉਡੀਕ ਹੈ। ਸਾਹਮਣੇ ਇੱਕ ਬੁਰਜ 'ਤੇ ਸਮਿਰਡਨ ਖੜ੍ਹਾ ਹੈ। ਉਸ ਦੇ ਹੱਥ ਦੇ ਇੱਕ ਇਸ਼ਾਰੇ ਨਾਲ ਗਾਵੇਨ ਦਾ ਸਰੀਰ ਧਰਤੀ 'ਤੇ ਲੁੜਕਣ ਲੱਗਦਾ ਹੈ। ਉਸੇ ਸਮੇਂ ਇੱਕ ਪਿਸਤੌਲ ਦੇ ਚੱਲਣ ਦੀ ਆਵਾਜ਼ ਆਉਂਦੀ ਹੈ ਅਤੇ ਇਸ ਦੇ ਨਾਲ ਹੀ ਸਮਿਰਡਨ ਦਾ ਸਰੀਰ ਵੀ ਬੁਰਜ ਤੋਂ ਥੱਲੇ ਆ ਡਿੱਗਦਾ ਹੈ। ਉਹ ਆਤਮ ਹੱਤਿਆ ਕਰ ਲੈਂਦਾ ਹੈ। ਸੁਖਦੇਵ ਦਾ ਕਹਿਣਾ ਸੀ ਕਿ ਆਤਮ ਹੱਤਿਆ ਕਰਕੇ ਸਮਿਰਡਨ ਨੇ ਇਨਕਲਾਬੀਆਂ ਸਾਹਮਣੇ ਕੋਈ ਚੰਗੀ ਮਿਸਾਲ ਪੇਸ਼ ਨਹੀਂ ਕੀਤੀ। ਇਨਕਲਾਬ ਨੂੰ ਜਦ ਉਸ ਦੀ ਸਭ ਤੋਂ ਵੱਧ ਲੋੜ ਸੀ, ਠੀਕ ਉਸੇ ਸਮੇਂ ਇੱਕ ਨੌਜਵਾਨ ਪ੍ਰਤੀ ਆਪਣੇ ਮੋਹ ਨੂੰ ਇਨਕਲਾਬ ਦੇ ਹਿੱਤਾਂ ਨਾਲੋਂ ਉੱਚਾ ਥਾਂ ਦੇ ਕੇ ਉਸਨੇ ਆਪਣੇ ਆਦਰਸ਼ ਨੂੰ ਠੋਕਰ ਮਾਰ ਦਿੱਤੀ। ਉਸ ਦਾ ਵਿਚਾਰ ਸੀ ਕਿ ਜੋ ਜੀਵਨ ਇੱਕ ਵਾਰ ਬੇਦੀ 'ਤੇ ਚੜ੍ਹਾ ਦਿੱਤਾ ਗਿਆ ਹੋਵੇ, ਫਿਰ ਉਸ ਉੱਤੇ ਇਨਕਲਾਬੀ ਉਦੇਸ਼ ਅਤੇ ਮਨੋਰਥ ਤੋਂ ਸਿਵਾ ਹੋਰ ਕਿਸੇ ਚੀਜ਼ ਦਾ ਹੱਕ ਨਹੀਂ ਰਹਿ ਜਾਂਦਾ। ਇਨਕਲਾਬੀ ਫੌਜੀ ਦੇ ਨੇੜੇ ਭਾਵੁਕਤਾ ਜਾਂ ਵਿਅਕਤੀਗਤ ਮੋਹ ਮਮਤਾ ਦੀ ਵੀ ਕੋਈ ਥਾਂ ਹੁੰਦੀ ਹੈ, ਇਹ ਗੱਲ ਉਹ ਮੰਨਣ ਨੂੰ ਤਿਆਰ ਨਹੀਂ ਸੀ। ਇਸ ਦੇ ਉਲਟ ਭਗਤ ਸਿੰਘ ਕੋਲ ਸਮਿਰਡਨ ਲਈ ਡੂੰਘੀ ਹਮਦਰਦੀ ਸੀ। ਉਹ ਕਹਿੰਦਾ ਸੀ ਕਿ ਸਮਿਰਡਨ ਨੇ ਗਾਵੇਨ ਨੂੰ ਮੌਤ ਦੀ ਸਜ਼ਾ ਦੇ ਕੇ ਆਪਣਾ ਇਨਕਲਾਬੀ ਫਰਜ਼ ਨਿਭਾਇਆ ਹੈ, ਪਰ ਮਨੁੱਖ ਹੋਣ ਦੇ ਨਾਤੇ ਸਮਿਰਡਨ ਕੋਲ ਵੀ ਇੱਕ ਦਿਲ ਹੈ। ਉਸਨੇ ਗਾਵੇਨ ਨੂੰ ਸ਼ੁਰੂ ਤੋਂ ਹੀ ਇੱਕ ਪੁੱਤਰ ਵਾਂਗ ਪਾਲਿਆ ਸੀ ਅਤੇ ਇਸੇ ਕਰਕੇ ਉਸ ਦੀ ਮੌਤ ਉੱਪਰ ਸਮਿਰਡਨ ਦਾ ਆਪਣੇ ਆਪ 'ਤੇ ਕਾਬੂ ਨਾ ਰੱਖ ਸਕਣਾ ਸੁਭਾਵਕ ਹੀ ਹੈ। ਭਗਤ ਸਿੰਘ ਦਾ ਕਹਿਣਾ ਸੀ ਕਿ ਮਮਤਾ ਦਾ ਧਾਗਾ ਅਨੰਤ ਕਾਲ ਤੋਂ ਮਨੁੱਖ ਨੂੰ ਇੱਕ ਦੂਜੇ ਨਾਲ ਬੰਨ੍ਹ ਕੇ ਰੱਖਦਾ ਆਇਆ ਹੈ। ਇਸ ਦਾ ਆਦਰ ਕਰਕੇ ਹੀ ਅਸੀਂ ਆਪਣੇ ਇਨਕਲਾਬੀ ਫਰਜ਼ ਦੀ ਸਹੀ ਰੂਪ ਵਿੱਚ ਪਾਲਣਾ ਕਰ ਸਕਾਂਗੇ। ਅਸੀਂ ਮਨੁੱਖ ਰਹਿ ਕੇ ਹੀ ਇਨਕਲਾਬੀ ਬਣ ਸਕਦੇ ਹਾਂ, ਦੇਵਤੇ ਬਣ ਕੇ ਨਹੀਂ। ਦੇਵਤਾਪਣ ਵਿੱਚ ਨਾ ਗਤੀ ਹੈ, ਨਾ ਵਿਕਾਸ ਹੈ ਅਤੇ ਨਾ ਨਿਰੰਤਰ ਵਹਾਅ ਹੈ। ਜਿੱਥੋਂ ਤੱਕ ਮੈਨੂੰ ਯਾਦ ਹੈ, ਕਾਫੀ ਬਹਿਸ ਤੋਂ ਬਾਅਦ ਵੀ ਉਸ ਦਿਨ ਦੋਹਾਂ ਵਿਚਕਾਰ ਕੋਈ ਸਮਝੌਤਾ ਨਹੀਂ ਸੀ ਹੋ ਸਕਿਆ ਅਤੇ ਸੁਖਦੇਵ ਇਹ ਕਹਿ ਕੇ ਉੱਠ ਖੜ੍ਹਾ ਹੋਇਆ ਸੀ, ਯਾਰ ਦੇਵਤੇ ਵਾਲੀ ਗੱਲ ਨਾਲ ਸਹਿਮਤ ਹੁੰਦਾ ਹੋਇਆ ਵੀ ਤੇਰਾ ਇਹ ਕਵੀਆਂ ਵਰਗਾ ਨਾਵਲਨੁਮਾ ਤਰਕ ਮੇਰੀ ਸਮਝ ਵਿੱਚ ਨਹੀਂ ਆਉਂਦਾ। ਭਗਤ ਸਿੰਘ ਤੋਂ ਪਹਿਲਾਂ ਦੇ ਇਨਕਲਾਬੀਆਂ ਦਾ ਉਦੇਸ਼ ਸੀ ਸਿਰਫ ਮੁਲਕ ਦੀ ਆਜ਼ਾਦੀ, ਪਰ ਇਸ ਆਜ਼ਾਦੀ ਤੋਂ ਸਾਡਾ ਕੀ ਭਾਵ ਹੈ, ਇਸ ਬਾਰੇ ਇਸ ਤੋਂ ਪਹਿਲਾਂ ਅਸੀਂ ਸਪਸ਼ਟ ਨਹੀਂ ਸਾਂ। ਕੀ ਅੰਗਰੇਜ਼ ਵਾਇਸਰਾਏ ਨੂੰ ਹਟਾ ਕੇ ਉਸ ਦੀ ਜਗ੍ਹਾ ਕਿਸੇ ਭਾਰਤੀ ਨੂੰ ਬਿਠਾ ਦੇਣ ਨਾਲ ਹੀ ਆਜ਼ਾਦੀ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ? ਕੀ ਸਮਾਜ ਅੰਦਰ ਆਰਥਿਕ ਕਾਣੀ ਵੰਡ ਅਤੇ ਇਸ 'ਤੇ ਆਧਾਰਿਤ ਮਨੁੱਖ ਦੀ ਲੁੱਟ ਖਸੁੱਟ ਦੇ ਜਾਰੀ ਰਹਿੰਦਿਆਂ ਅਸੀਂ ਆਜ਼ਾਦੀ ਨੂੰ ਸਹੀ ਅਰਥਾਂ ਵਿੱਚ ਮਾਣ ਸਕਾਂਗੇ? ਆਜ਼ਾਦੀ ਤੋਂ ਬਾਅਦ ਸਰਕਾਰ ਕਿਸ ਦੀ ਹੋਵੇਗੀ ਅਤੇ ਭਵਿੱਖ ਦੇ ਸਮਾਜ ਦੀ ਰੂਪਰੇਖਾ ਕੀ ਹੋਵੇਗੀ? ਆਦਿ ਸਵਾਲਾਂ ਬਾਰੇ ਇਨਕਲਾਬੀਆਂ ਵਿੱਚ ਕਾਫੀ ਅਸਪਸ਼ਟਤਾ ਸੀ। ਭਗਤ ਸਿੰਘ ਨੇ ਸਭ ਤੋਂ ਪਹਿਲਾਂ ਇਨਕਲਾਬੀਆਂ ਵਿੱਚ ਇਹ ਸਵਾਲ ਖੜ੍ਹੇ ਕੀਤੇ ਅਤੇ ਸਮਾਜਵਾਦ ਨੂੰ ਦਲ ਦੇ ਆਦਰਸ਼ ਦੇ ਰੂਪ ਵਿੱਚ ਸਾਹਮਣੇ ਰੱਖਿਆ। ਉਸ ਦਾ ਕਹਿਣਾ ਸੀ ਕਿ ਦੇਸ਼ ਦੀ ਸਿਆਸੀ ਆਜ਼ਾਦੀ ਲਈ ਲੜਾਈ ਮਕਸਦ ਵੱਲ ਸਿਰਫ ਪਹਿਲਾ ਕਦਮ ਹੀ ਹੈ
ਤੇ ਜੇਕਰ ਅਸੀਂ ਇਹੀ ਹਾਸਲ ਕਰਕੇ ਰੁਕ ਗਏ ਤਾਂ ਸਾਡੀ ਮੁਹਿੰਮ ਅਧੂਰੀ ਰਹਿ ਜਾਵੇਗੀ। ਸਮਾਜਿਕ ਅਤੇ ਆਰਥਿਕ ਆਜ਼ਾਦੀ ਦੀ ਅਣਹੋਂਦ ਵਿੱਚ ਸਿਆਸੀ ਆਜ਼ਾਦੀ ਹਕੀਕਤ ਵਿੱਚ ਥੋੜ੍ਹੇ ਜਿਹੇ ਵਿਅਕਤੀਆਂ ਦੁਆਰਾ ਬਹੁਮਤ ਨੂੰ ਚੂੰਡਣ ਦੀ ਹੀ ਆਜ਼ਾਦੀ ਹੋਵੇਗੀ। ਲੁੱਟ ਖਸੁੱਟ ਅਤੇ ਕਾਣੀ ਵੰਡ ਦੇ ਖਾਤਮੇ ਦੇ ਸਿਧਾਂਤ 'ਤੇ ਉਸਰਿਆ ਸਮਾਜਵਾਦੀ ਸਮਾਜ ਅਤੇ ਸਮਾਜਵਾਦੀ ਰਿਆਸਤ ਹੀ ਸਹੀ ਅਰਥਾਂ ਵਿੱਚ ਕੌਮ ਦੇ ਸਰਬਪੱਖੀ ਵਿਕਾਸ ਦੀ ਜਾਮਨੀ ਕਰਨਗੇ। ਸਮਾਜਵਾਦ ਉਸ ਸਮੇਂ ਯੁੱਗ ਦੀ ਆਵਾਜ਼ ਸੀ। ਇਨਕਲਾਬੀਆਂ ਵਿੱਚੋਂ ਭਗਤ ਸਿੰਘ ਨੇ ਸਭ ਤੋਂ ਪਹਿਲਾਂ ਇਸ ਆਵਾਜ਼ ਨੂੰ ਸੁਣਿਆ ਅਤੇ ਪਹਿਚਾਣਿਆ। ਇਸੇ ਕਰਕੇ ਉਹ ਆਪਣੇ ਦੂਸਰੇ ਸਾਥੀਆਂ ਤੋਂ ਮਹਾਨ ਸੀ। ਭਗਤ ਸਿੰਘ ਤੋਂ ਪਹਿਲਾਂ ਇਨਕਲਾਬੀਆਂ ਦੀ ਕੋਈ ਮੁਲਕ ਵਿਆਪੀ ਜਥੇਬੰਦੀ ਨਹੀਂ ਸੀ। ਬੰਗਾਲ ਵਿੱਚ ਅਨੁਸ਼ੀਲਨ ਅਤੇ ਜੁਗੰਤਰ ਆਦਿ ਸੰਸਥਾਵਾਂ ਸਨ। ਪੰਜਾਬ ਵਿੱਚ ਗਦਰ ਪਾਰਟੀ ਦਾ ਕੰਮ ਸੀ ਅਤੇ ਬਿਹਾਰ ਵਿੱਚ ਮੁੱਖ ਤੌਰ 'ਤੇ ਹਿੰਦੁਸਤਾਨ ਪ੍ਰਜਾਤੰਤਰ ਸੰਘ ਕੰਮ ਕਰਦਾ ਸੀ। ਸ਼ਹੀਦਾਂ ਉੱਪਰ ਸਭ ਦਾ ਬਰਾਬਰ ਹੱਕ ਹੋਣ ਦੇ ਬਾਵਜੂਦ ਵੀ ਉਹਨਾਂ ਵਿੱਚ ਆਪਸੀ ਸਹਿਯੋਗ ਲਗਭਗ ਨਹੀਂ ਦੇ ਬਰਾਬਰ ਹੀ ਰਹਿੰਦਾ ਸੀ। ਭਗਤ ਸਿੰਘ ਸਭ ਨੂੰ ਮਿਲ ਕੇ ਇੱਕ ਦੇਸ਼ ਵਿਆਪੀ ਸੰਗਠਨ ਕਾਇਮ ਕਰਨਾ ਚਾਹੁੰਦਾ ਸੀ। ਇਸ ਉਦੇਸ਼ ਤਹਿਤ ਹੀ ਉਸਨੇ ਸਤੰਬਰ 1928 ਵਿੱਚ ਦਿੱਲੀ ਵਿਖੇ ਸਭ ਸੂਬਿਆਂ ਦੇ ਪ੍ਰਤੀਨਿਧ ਇਨਕਲਾਬੀਆਂ ਦੀ ਇੱਕ ਮੀਟਿੰਗ ਸੱਦੀ। ਇਸ ਵਿੱਚ ਉੱਤਰ ਪ੍ਰਦੇਸ਼, ਬਿਹਾਰ, ਪੰਜਾਬ ਅਤੇ ਰਾਜਸਥਾਨ ਦੇ 10 ਨੁਮਾਇੰਦੇ ਸ਼ਾਮਲ ਹੋਏ ਸਨ। ਬੰਗਾਲ ਦੇ ਜ਼ਿਆਦਾਤਰ ਇਨਕਲਾਬੀ ਉਸ ਸਮੇਂ ਜੇਲ੍ਹ ਵਿੱਚ ਸਨ। ਜੋ ਬਾਹਰ ਸਨ, ਉਹਨਾਂ 'ਚੋਂ ਜਿਨ੍ਹਾਂ ਨਾਲ ਸਾਡਾ ਸੰਪਰਕ ਬਣਿਆ ਉਹ ਸਾਡੇ ਸਮਾਜਵਾਦੀ ਵਿਚਾਰਾਂ ਅਤੇ ਜਥੇਬੰਦੀ ਦੇ ਜਮਹੂਰੀ ਸੁਝਾਵਾਂ ਨਾਲ ਸਹਿਮਤ ਨਹੀਂ ਸਨ। ਉਹਨਾਂ ਨੇ ਮੀਟਿੰਗ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਦਿੱਲੀ ਦੀ ਇਸ ਮੀਟਿੰਗ ਦੀ ਅਗਵਾਈ ਭਗਤ ਸਿੰਘ ਨੇ ਹੀ ਕੀਤੀ ਸੀ। ਉਸ ਦੇ ਸੁਝਾਅ 'ਤੇ ਹੀ ਸਮਾਜਵਾਦ ਨੂੰ ਇਸ ਦਲ ਦਾ ਐਲਾਨਿਆ ਮਕਸਦ ਪ੍ਰਵਾਨ ਕਰਕੇ ਇਸ ਦਾ ਨਾਮ ਹਿੰਦੁਸਤਾਨ ਸੋਸ਼ਲਿਸਟ ਪ੍ਰਜਾਤੰਤਰ ਸੰਘ ਰੱਖ ਦਿੱਤਾ ਗਿਆ। ਇਸ ਦਾ ਅਰਥ ਇਹ ਵੀ ਨਹੀਂ ਕਿ ਅਸੀਂ ਮਾਰਕਸਵਾਦ ਜਾਂ ਸਮਾਜਵਾਦ ਦੇ ਵਿਗਿਆਨਕ ਸਿਧਾਂਤ ਦੇ ਸਭ ਪੱਖਾਂ ਨੂੰ ਚੰਗੀ ਤਰ੍ਹਾਂ ਸਮਝ ਲਿਆ ਸੀ। ਸਮਾਜਵਾਦ ਵੱਲ ਵਧਣ ਦਾ ਇਹ ਸਾਡਾ ਪਹਿਲਾ ਕਦਮ ਸੀ। ਅਸੀਂ ਸਮਾਜ ਦੇ ਜਮਾਤੀ ਆਧਾਰ ਨੂੰ ਸਮਝ ਲਿਆ ਸੀ ਅਤੇ ਮਜ਼ਦੂਰਾਂ ਕਿਸਾਨਾਂ ਦਾ ਰਾਜ ਸਥਾਪਿਤ ਕਰਨਾ ਸਾਡਾ ਮਕਸਦ ਬਣ ਚੁੱਕਾ ਸੀ। ਪਰ ਕਿਸਾਨਾਂ ਅਤੇ ਮਜ਼ਦੂਰਾਂ ਦੀ ਜਥੇਬੰਦਕ ਸ਼ਕਤੀ ਦੇ ਸਹਾਰੇ ਇਸ ਮਕਸਦ ਦੀ ਪ੍ਰਾਪਤੀ ਕਿਵੇਂ ਹੋਵੇਗੀ, ਇਹ ਅਜੇ ਅਸੀਂ ਚੰਗੀ ਤਰ੍ਹਾਂ ਸਮਝ ਨਹੀਂ ਸਕੇ ਸਾਂ। ਮੀਟਿੰਗ ਦਾ ਦੂਸਰਾ ਮਹੱਤਵਪੂਰਨ ਫੈਸਲਾ ਜਥੇਬੰਦੀ ਦਾ ਜਮਹੂਰੀਕਰਨ ਸੀ। ਭਗਤ ਸਿੰਘ ਕਿਸੇ ਇੱਕ ਵਿਅਕਤੀ ਨੂੰ ਸੰਘਰਸ਼ ਦਾ ਸਰਬ ਅਧਿਕਾਰੀ ਮੰਨ ਕੇ ਉਸ ਦੇ ਗੁਣਾਂ ਔਗਣਾਂ ਦੇ ਰਹਿਮ 'ਤੇ ਸਭ ਕੁਝ ਛੱਡ ਦੇਣ ਦਾ ਵਿਰੋਧੀ ਸੀ। ਉਸ ਦੇ ਸੁਝਾਅ 'ਤੇ ਸੰਘਰਸ਼ ਦੇ ਸੰਚਾਲਨ ਲਈ ਇੱਕ ਕੇਂਦਰੀ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਨੀਤੀ ਦੇ ਸਵਾਲਾਂ ਸੰਬੰਧੀ ਇਸ ਕਮੇਟੀ ਨੂੰ ਹੀ ਸਰਵਉੱਚ ਮੰਨਿਆ ਗਿਆ। ਇਸ ਮੀਟਿੰਗ ਵਿੱਚ ਸੁਖਦੇਵ, ਫਣੀਂਦਰ ਘੋਸ਼, ਕੁੰਦਨ ਲਾਲ ਅਤੇ ਸ਼ਿਵ ਵਰਮਾ ਕਰਮਵਾਰ ਪੰਜਾਬ, ਬਿਹਾਰ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਆਰਗੇਨਾਈਜ਼ਰ ਚੁਣੇ ਗਏ। ਭਗਤ ਸਿੰਘ ਅਤੇ ਵਿਜੇ ਕੁਮਾਰ ਸਿਨਹਾ ਨੂੰ ਪ੍ਰਚਾਰ ਅਤੇ ਅੰਤਮ ਸੂਬਾਈ ਸੰਪਰਕਾਂ ਦੀ ਜ਼ਿੰਮੇਵਾਰੀ ਸੌਂਪੀ ਗਈ। ਇਹਨਾਂ 6 ਸਮੇਤ ਆਜ਼ਾਦ ਨੂੰ ਲੈ ਕੇ ਕੇਂਦਰੀ ਕਮੇਟੀ ਬਣਾਈ ਗਈ। ਮੀਟਿੰਗ ਵਿੱਚ ਜੈਦੇਵ ਕਪੂਰ, ਸੁਰਿੰਦਰ ਨਾਥ ਪਾਂਡੇ, ਬ੍ਰਹਮਦੱਤ ਮਿਸ਼ਰ ਅਤੇ ਬਿਹਾਰ ਦੇ ਮਨਮੋਹਨ ਬੈਨਰਜੀ ਵੀ ਸ਼ਾਮਲ ਹੋਏ ਸਨ। ਦਲ ਦਾ ਸੈਨਾਪਤੀ ਚੁਣਨ ਦੀ ਵੀ ਰਵਾਇਤ ਅਪਣਾਈ ਗਈ ਅਤੇ ਆਜ਼ਾਦ ਸਾਡੇ ਪਹਿਲੇ ਚੁਣੇ ਹੋਏ ਸੈਨਾਪਤੀ ਬਣੇ। ਮੀਟਿੰਗ ਵਿੱਚ ਆਜ਼ਾਦ ਸ਼ਾਮਲ ਨਹੀਂ ਸੀ ਹੋ ਸਕਿਆ, ਪਰ ਭਗਤ ਸਿੰਘ ਅਤੇ ਵਿਜੇ ਕੁਮਾਰ ਸਿਨਹਾ ਨੇ ਪਹਿਲਾਂ ਹੀ ਉਸ ਨੂੰ ਮਿਲ ਕੇ ਸਭ ਗੱਲਾਂ 'ਤੇ ਵਿਚਾਰ ਵਟਾਂਦਰਾ ਕਰ ਲਿਆ ਸੀ ਅਤੇ ਉਸਨੇ ਸਭ ਸੁਝਾਵਾਂ 'ਤੇ ਆਪਣੀ ਸਹਿਮਤੀ ਪ੍ਰਗਟ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਇਨਕਲਾਬੀਆਂ ਦੀ ਸ਼ਕਤੀ ਦਾ ਇੱਕ ਚੰਗਾ ਖਾਸਾ ਹਿੱਸਾ ਸਰਕਾਰੀ ਗਵਾਹਾਂ, ਮੁਖਬਰਾਂ ਅਤੇ ਜਸੂਸੀ ਵਿਭਾਗ ਦੇ ਕਰਮਚਾਰੀਆਂ ਨੂੰ ਮਾਰਨ ਅਤੇ ਧਨ ਇਕੱਠਾ ਕਰਨ ਲਈ ਡਕੈਤੀਆਂ ਆਦਿ ਵਿੱਚ ਹੀ ਖਪਤ ਹੋ ਜਾਂਦਾ ਸੀ। ਇਹਨਾਂ ਕੰਮਾਂ ਨਾਲ ਜਿੰਨਾ ਫਾਇਦਾ ਹੁੰਦਾ ਸੀ, ਉਸ ਦੇ ਅਨੁਪਾਤ ਵਿੱਚ ਕਿਤੇ ਜ਼ਿਆਦਾ ਮੁੱਲ ਅਸੀਂ ਤਾਰ ਆਉਂਦੇ ਸਾਂ। ਦਿੱਲੀ ਮੀਟਿੰਗ ਵਿੱਚ ਇਸ ਸੰਬੰਧੀ ਵੀ ਇੱਕ ਨਿਸ਼ਚਿਤ ਨੀਤੀ ਅਪਣਾਈ ਗਈ। ਅਸੀਂ ਤੈਅ ਕੀਤਾ ਕਿ ਪੈਸੇ ਲਈ ਜਿੱਥੋਂ ਤੱਕ ਵੀ ਸੰਭਵ ਹੋਇਆ ਅਸੀਂ ਸਰਕਾਰੀ ਰੁਪਈਏ ਨੂੰ ਹੀ
ਹੱਥ ਪਾਵਾਂਗੇ। ਐਕਸ਼ਨ ਵੀ ਇਹੋ ਜਿਹੇ ਚੁਣੇ ਜਾਣਗੇ ਜਿਨ੍ਹਾਂ ਦਾ ਜਨਤਾ ਅਤੇ ਦੇਸ਼ ਦੀਆਂ ਸਿਆਸੀ ਸਮੱਸਿਆਵਾਂ ਨਾਲ ਸਿੱਧਾ ਸਰੋਕਾਰ ਹੋਵੇਗਾ। ਇਹਨਾਂ ਫੈਸਲਿਆਂ ਮਗਰ ਮੁੱਖ ਤੌਰ 'ਤੇ ਭਗਤ ਸਿੰਘ ਦਾ ਹੀ ਹੱਥ ਸੀ। ਪੁਸਤਕ ਦਾ ਤੀਸਰਾ ਹਿੱਸਾ ਅਗਲੀ ਵੀਡੀਓ ਵਿੱਚ। ਸ਼ੁਕਰੀਆ ਦੋਸਤੋ।